ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਧੰਨ ਹਰ ਬੂੰਦ ਬਸੁਰੋ ਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਕੋ ਅੰਤ ਨ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਪੁਨਹ ਜੋ ਗਾਵੈ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੀ ਬਣ ਆਵੈ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੀ ਬਣ ਆਵੈ। ਰਾਜਾ ਨ ਰਾਜ ਭਾਨਾ ਨ ਭਾਨ, ਦੇਵਾ ਨ ਦੇਵ ਉਪਮਾ ਮਹਾਨ। ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਗੁਰਦੇਵ ਦੇ ਚਰਨਾਂ ਦੇ ਵਿੱਚ ਸੁਰਤ ਜੋੜੀਏ, ਆਪੋ ਆਪਣੀ ਹਾਜ਼ਰੀ ਲਵਾਈਏ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਗੁਰੂ ਗੋਬਿੰਦ ਸਿੰਘ ਜੀਓ ਮਹਾਰਾਜ ਜੀ ਦੇ ਪਾਵਨ ਬਚਨ, ਜੋ ਆਪਾਂ ਅਰਦਾਸ ਦੀ ਵਿਚਾਰ ਕਰ ਰਹੇ ਹਾਂ। ਆਓ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਆਪਣੀ ਸੁਰਤ ਗੁਰਦੇਵ ਦੇ ਚਰਨਾਂ ਵਿੱਚ ਜੋੜ ਕੇ ਗੁਰਦੇਵ ਤੋਂ ਅਰਦਾਸ ਦੀ ਵਿਆਖਿਆ ਸਮਝ ਲੈਣਾ ਕਰੀਏ। ਬਚਨ ਹੈ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰਕੈ, ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ। ਸੰਖੇਪ ਜਾਂ ਜੀਵਨ ਆਪਾਂ ਦਸਾਂ ਹੀ ਪਾਤਸ਼ਾਹੀਆਂ ਦਾ ਵਿਚਾਰਨਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਵਿਚਾਰ, ਉਹਨਾਂ ਦੇ ਚਰਨਾਂ ਦੀ ਵਡਿਆਈ ਕੁਝ ਕਰ ਚੁੱਕੇ ਹਾਂ। ਗੁਰੂ ਅੰਗਦ ਸਾਹਿਬ ਜੀ ਦੀ ਵੀ ਕੀਤੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਫਿਰ ਅੰਗਦ ਗੁਰ ਤੇ ਅਮਰਦਾਸ। ਅੱਜ ਧੰਨ ਧੰਨ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦੀ ਸਹਾਇਤਾ ਲੈਣੀ ਹੈ। ਅਰਦਾਸ ਕਰਨ ਲੱਗੇ। ਭੱਟ ਜਨ ਗੁਰੂ ਗ੍ਰੰਥ ਸਾਹਿਬ ਦੇ ਸਵਈਏ ਅੰਦਰ ਕੁਝ ਕੁ ਬਚਨ ਕਰਦੇ ਨੇ। ਉਹਨਾਂ ਨੇ ਬਚਨ ਕਰਿਆ, ਕਹਿਣ ਲੱਗੇ, ਦੁਨੀਆ ਦੇ ਲੋਗੋ ਜਰਾ ਤੱਕੋ ਬੱਦਲਾਂ ਵਿੱਚੋਂ ਜਿਹੜੀਆਂ ਕੜੀਆਂ ਡਿੱਗਦੀਆਂ ਨੇ, ਮੀਂਹ ਪੈਂਦਾ ਹੈ। ਧਰਤੀ ਤੇ ਬਨਸਪਤੀ ਤੇ ਬਸੰਤ ਦੇ ਫੁੱਲ, ਇਹਨਾਂ ਦੀ ਗਿਣਤੀ ਕਦੇ ਨਹੀਂ ਕੀਤੀ ਜਾ ਸਕਦੀ। ਕਹਿਣ ਲੱਗੇ, ਕੋਈ ਐਸਾ ਵਿਦਵਾਨ ਨਹੀਂ ਵੀ ਦੱਸ ਸਕੇ ਵੀ ਮੀਂਹ ਕਿੰਨਾ ਕੁ ਪਿਆ ਹੈ। ਇਹਦਾ ਨਾਪ ਤੋਲ ਨਹੀਂ ਕਰ ਸਕਦਾ। ਧਰਤੀ ਤੇ ਪਹਾੜਾਂ ਤੇ ਕਿੰਨੇ ਕੁ ਦਰਖਤ ਨੇ, ਇੱਕ ਇੱਕ ਦਰਖਤ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਅਤੇ ਬਸੰਤ ਦੀ ਰੁੱਤ ਦੇ ਵਿੱਚ ਜਦੋਂ ਫੁੱਲ ਖਿੜਦੇ ਨੇ, ਇਹਨਾਂ ਫੁੱਲਾਂ ਦੀ ਵੀ ਕੋਈ ਗਿਣਤੀ ਨਹੀਂ ਕਰ ਸਕਦਾ।
ਕਹਿਣ ਲੱਗੇ ਦੂਜੇ ਬਚਨਾਂ ਅੰਦਰ, ਸੂਰਜ ਤੇ ਚੰਦਰਮਾ ਦੀਆਂ ਕਿਰਨਾਂ, ਸਮੁੰਦਰ ਦਾ ਪੇਟ ਗੰਗਾ ਦੀਆਂ, ਹਿੱਲਾਂ ਇਹਨਾਂ ਦਾ ਅੰਤ ਕੌਣ ਪਾ ਸਕਦਾ ਹੈ। ਬਚਨ ਹੈ ਘਨ ਹਰ ਬੂੰਦ ਬਸੋਰੋ ਮਾਵਲ, ਕੁਸਮ ਬਸੰਤ ਗਨੰਤ ਨ ਆਵੈ, ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਕਹਿਣ ਲੱਗੇ ਇਹਨਾਂ ਦਾ ਅੰਤ ਕੌਣ ਪਾ ਸਕਦਾ ਹੈ। ਜੇ ਅੰਤ ਪਾਉਣ ਲਈ ਕੋਈ ਤੁਰ ਵੀ ਪਿਆ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਨਹਿ ਜੋ ਗਾਵੈ। ਜੇ ਕੋਈ ਸ਼ਿਵ ਜੀ ਵਾਂਗ ਪੂਰਨ ਸਮਾਧੀ ਲਾ ਕੇ, ਪੂਰਨ ਧਿਆਨ ਟਿਕਾ ਕੇ, ਸਤਿਗੁਰੂ ਦੇ ਬਖਸ਼ੇ ਗਿਆਨ ਦੁਆਰਾ ਭਲ, ਕਵੀ ਜੀ ਕਹਿਣ ਲੱਗੇ ਇਹਨਾਂ ਸਾਰਿਆਂ ਦਾ ਨਾਪ ਤੋਲ ਵੀ ਜਾਣ ਲਏ, ਮੀਂਹ ਦਾ ਵੀ ਪਤਾ ਲੱਗ ਜਾਏ ਵੀ ਕਿੰਨਾ ਕੁ ਪਿਆ, ਧਰਤੀ ਤੇ ਜਿੰਨੇ ਵੀ ਬਨਸਪਤੀ ਦਰਖਤ ਨੇ ਪਤਾ ਲੱਗ ਜਾਏ ਵੀ ਕਿੰਨੇ ਕੁ ਬਨਸਪਤੀਆਂ ਨੇ, ਪਤਾ ਲੱਗ ਜਾਏ ਵੀ ਬਸੰਤ ਦੇ ਰੁੱਤ ਦੇ ਵਿੱਚ ਫੁੱਲ ਖਿੜਨ ਵਾਲੇ ਕਿੰਨੇ ਕੁ ਫੁੱਲ ਨੇ। ਕਹਿਣ ਲੱਗੇ ਸੂਰਜ ਦੀਆਂ ਕਿਰਨਾਂ ਦਾ ਪਤਾ ਲੱਗ ਜਾਏ, ਸਮੁੰਦਰ ਦਾ ਪੇਟ ਗੰਗਾ ਦਾ ਪਤਾ ਲੱਗ ਜਾਏ। ਲੱਗੇ ਕਿਵੇਂ? ਕਹਿਣ ਲੱਗੇ ਸ਼ੰਕਰ ਵਾਂਗੂ ਸਮਾਧੀ ਲਾ ਕੇ ਅਡੋਲ ਅਵਸਥਾ ਵਿੱਚ ਬਹਿ ਕੇ ਸਾਰਾ ਕੁਝ ਪਤਾ ਕਰ ਲਏ। ਪਰ ਭੱਟ ਜਨ ਕਹਿਣ ਲੱਗੇ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆਵੈ। ਕਹਿਣ ਲੱਗੇ ਗੁਰੂ ਅਮਰਦਾਸ ਜੀ ਇਹਨਾਂ ਸਾਰਿਆਂ ਦਾ ਤਾਂ ਪਤਾ ਕੀਤਾ ਜਾ ਸਕਦਾ ਹੈ, ਪਰ ਭੱਟ ਜਨ ਕਹਿਣ ਲੱਗੇ ਅਮਰਦਾਸ ਤੇਰੀ ਜਿਹੜੀ ਉਪਮਾ ਹੈ ਉਹ ਤੁਸੀਂ ਆਪ ਹੀ ਜਾਣਦੇ ਹੋ, ਕੋਈ ਨਹੀਂ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਈ। ਹੁਣ ਇਹਨਾਂ ਮਹਾਂਪੁਰਸ਼ਾਂ ਦਾ ਜੋ ਆਮਦ ਹੈ ਉਹ ਪਿੰਡ ਬਾਸਰਕੇ ਦੀ ਹੈ। ਬਾਸਰਕੇ ਪਿੰਡ ਜੋ ਹੁਣ ਸਮੇਂ ਦੇ ਅੰਦਰ ਜ਼ਿਲ੍ਹਾ ਅੰਮ੍ਰਿਤਸਰ ਅੰਦਰ ਆਉਂਦਾ ਹੈ। ਆਮਦ ਹੈ ਇਹਨਾਂ ਦੀ 5 ਮਈ 1479 ਦੀ। ਪਿਤਾ ਦਾ ਨਾਮ ਹੈ ਬਾਬਾ ਤੇਜਭਾਨ ਜੀ। ਤੇਜਭਾਨ ਜਿਹੜੇ ਨੇ ਇਹਨਾਂ ਦੇ ਪਿਤਾ ਜੀ ਗੁਰੂ ਅਮਰਦਾਸ ਸਾਹਿਬ ਦੇ, ਉਹ ਵੀ ਹੁਣ ਤੀਰਥ ਯਾਤਰਾ ਦੇ, ਇਹਨਾਂ ਦੇ ਵੀ ਮਨ ਵਿੱਚ ਅਤੇ ਤਨ ਨੂੰ ਤੀਰਥ ਇਸ਼ਨਾਨ ਕਰਾਂ ਹੈ ਆ ਧਰਮੀ। ਮਨ ਇਹਨਾਂ ਦਾ ਪ੍ਰਮਾਤਮਾ ਦੇ ਨਾਮ ਵਿੱਚ ਪਤੀਜਣ ਵਾਲਾ ਹੈ। ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪ ਵੀ 19 ਵਾਰ ਤੀਰਥ ਪਰ ਇਸ਼ਨਾਨ ਕਰਕੇ ਆਏ ਨੇ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਜੀ, ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਹਾਏ ਕਰੀ। ਜਿਵੇਂ ਕਬੀਰ ਜੀ ਕਹਿਣ ਲੱਗੇ ਪਿਆਰਿਓ, ਜੇ ਤੀਰਥ ਨਹਾਉਣੇ ਨੇ, ਤੀਰਥ ਨਹਾਉਣ ਵਾਸਤੇ ਇਸ ਦੁਨੀਆ ਦੇ ਵਿੱਚ ਕਹਿਣ ਲੱਗੇ ਬਹੁਤ ਹੀ ਤੀਰਥ ਨੇ ਅਤੇ ਬਹੁਤ ਹੀ ਦੇਵਤੇ ਨੇ। ਤੀਰਥ ਬਹੁਤ ਨੇ, ਜਿੱਥੇ ਨਹਾਏਗਾ ਕੋਈ ਅੰਤ ਹੀ ਨਹੀਂ। ਫਿਰ ਉਹਨਾਂ ਨੇ ਕਿਹਾ ਇਸ ਦੁਨੀਆ ਦੀਨ ਦੇ ਅੰਦਰ ਦੇਵਤੇ ਵੀ ਬਹੁਤ ਨੇ, ਅੰਤ ਹੀ ਕੋਈ ਨਹੀਂ, ਜਿਹਨੂੰ ਮਰਜ਼ੀ ਪੂਜ ਲੈ। ਅਸਲ ਵਿੱਚ ਛੁਟਕਾਰਾ ਕਦੋਂ ਹੈ? ਕਬੀਰ ਜੀ ਦੀ ਸਲਾਹ ਲੈ ਕੇ ਅੱਗੇ ਤੁਰਨਾ ਕਰੀਏ। ਬਚਨ ਕਰਿਆ ਪਿਆਰਿਓ, ਨਾਵਣ ਕੋ ਤੀਰਥ ਘਨੇ ਮਨ ਬਵਰਾ ਰੇ, ਬੂਝਣ ਕੋ ਬਹੁ ਦੇਵ। ਤੇ ਗੁਰੂ ਜੀ ਫਿਰ ਛੁਟਕਾਰਾ ਕਿਵੇਂ ਹੋਵੇਗਾ? ਤੇ ਕਬੀਰ ਜੀ ਦਾ ਜਵਾਬ ਦਿੰਦੇ ਕਹਿਣ ਲੱਗੇ ਕਹੋ ਕਬੀਰ ਛੁੱਟਣ ਨਹੀਂ, ਇਹਨਾਂ ਨਾਲ ਛੁੱਟਿਆ ਨਹੀਂ ਜਾ ਸਕਦਾ। ਫਿਰ ਕਬੀਰ ਜੀ ਛੁੱਟੇਗਾ ਕਿਵੇਂ? ਕਹਿਣ ਲੱਗੇ ਛੁੱਟਣ ਕਹੇ ਕਬੀਰ ਛੁੱਟਣ ਨਹੀਂ ਮਨ ਬਵਰਾ ਰਹੇ। ਛੁੱਟਣ ਹਰ ਕੀ ਸੇਵਾ ਕਰਨ ਦੇ ਨਾਲ ਕਹਿੰਦੇ ਛੁੱਟ ਸਕਦਾ ਹੈ। ਤੀਰਥ ਪਰ ਦੇਵਤਾ ਭੇਟ ਦੇ ਨਾਲ ਕਹਿੰਦੇ ਛੁੱਟ ਨਹੀਂ ਸਕਦਾ। ਧੰਨ ਧੰਨ ਗੁਰੂ ਅਮਰਦਾਸ ਜੀਓ ਮਹਾਰਾਜ। ਸੰਖੇਪ ਮਾਤਰ ਬੇਨਤੀ 10 ਗੁਰੂਆਂ ਦੀ ਕਰਨੀ ਹੈ। ਹੁਣ ਜਦੋਂ ਤੀਰਥ ਇਸ਼ਨਾਨ ਕਰਨ ਗਏ, ਤੀਰਥ ਇਸ਼ਨਾਨ ਕਰਕੇ ਵਾਪਸ ਆਉਣ ਜਦੋਂ ਲੱਗੇ ਨੇ, ਇੱਕ ਕੋਈ ਮਨੁੱਖ ਰੱਬ ਨਾਮ ਜਪਣ ਵਾਲਾ ਉਹ ਮਿਲੇ। ਉਹਨਾਂ ਨੂੰ ਪ੍ਰਸ਼ਾਦ ਆਦਿਕ ਛਕਾਇਆ।
ਤੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਕਹਿਣ ਲੱਗੇ, ਪੁੱਛਣ ਲੱਗੇ, ਬਾਬਾ ਦੱਸ ਖਾਂ ਤੇਰਾ ਗੁਰੂ ਕੌਣ ਹੈ? ਜਦੋਂ ਆਹ ਗੱਲ ਪੁੱਛੀ ਬਾਬਾ ਅਮਰਦਾਸ ਚੁੱਪ ਕਰ ਗਏ। ਉਸ ਮਨੁੱਖ ਨੇ ਫਿਰ ਪੁੱਛਿਆ, ਕਹਿਣ ਲੱਗੇ, ਅਮਰਦਾਸ ਦੱਸ ਤਾਂ ਸਹੀ ਤੇਰਾ ਗੁਰੂ ਕੌਣ ਹੈ? ਤੇ ਧੰਨ ਗੁਰੂ ਅਮਰਦਾਸ ਸਾਹਿਬ ਨੇ ਅੱਗੋਂ ਕਿਹਾ, ਭਲੇ ਪੁਰਸ਼ਾ ਹਜੇ ਗੁਰੂ ਦੀ ਭਾਲ ਹੈ, ਪਰ ਜਿੱਦਣ ਪੂਰਾ ਗੁਰੂ ਮਿਲ ਜਾਏ, ਜਿੱਦੇ ਮੈਨੂੰ ਪੂਰਾ ਗੁਰੂ ਮਿਲ ਜਾਏਗਾ ਉਸ ਦਿਨ ਮੈਂ ਉਹਦੀ ਸਿੱਖਿਆ ਲੈ ਲੈਣਾ ਕਰਾਂਗਾ। ਉਹ ਅੱਗੋਂ ਬੋਲੇ, ਕਹਿਣ ਲੱਗੇ, ਅਮਰਦਾਸ ਤੱਕ ਤਾਂ ਸਹੀ ਆਪਣੇ ਸਰੀਰ ਵੱਲ, ਉਮਰ ਵਡੇਰੀ ਹੋ ਗਈ ਹੈ, ਜਵਾਨੀ ਚਲੀ ਗਈ, ਬੁਢੇਪਾ ਜ਼ੋਰ ਤੇ ਹੈ, ਪਰ ਪਿਆਰੇ ਜਰਾ ਧਿਆਨ ਤਾਂ ਦੇ, ਜਿਵੇਂ ਗੁਰਬਾਣੀ ਅੰਦਰ ਵੀ ਸ਼ਬਦ ਨੇ ਪਿਆਰਿਓ, ਨਿਗੁਰੇ ਕਾਹੈ ਨਾਉ ਬੁਰਾ, ਗੁਰੂ ਤੋਂ ਬਿਨਾਂ ਜਿਉਣਾ, ਕਹਿਣ ਲੱਗੇ ਉਹਦਾ ਸਰੀਰ ਤਾਂ ਕੀ, ਉਹਦਾ ਨਾਮ ਵੀ ਬੁਰਾ ਹੈ। ਮਨ ਵਿੱਚ ਆ ਗਿਆ। ਹੁਣ ਮਨ ਵਿੱਚ ਇੰਜ ਇਹਨਾਂ ਦੇ ਤੀਰ ਵੱਜੇ ਨੇ ਜਿਵੇਂ ਅਣਿਆਲੇ ਤੀਰ ਹੁੰਦੇ ਨੇ। ਉਹ ਮਨੁੱਖ ਆਪਣੀ ਗੱਲ ਕਰਕੇ ਚਲਾ ਗਿਆ। ਬਾਬਾ ਅਮਰਦਾਸ ਜੀ ਆਪਣੇ ਘਰ ਨੂੰ ਪਰਤੇ ਆਏ ਨੇ। ਜਦੋਂ ਪਰਤੇ ਘਰ ਨੂੰ, ਸਾਰੀ ਰਾਤ ਨੀਂਦ ਨਾ ਪਈ ਵੀ ਇੰਨਾ ਸਮਾਂ ਹੋ ਗਿਆ, ਪਰ ਇੱਕ ਸਾਧੂ ਜਨ ਮਿਲਿਆ, ਉਸ ਨੇ ਦ੍ਰਿੜ ਕਰਵਾਇਆ, ਪਿਆਰੇ ਸਰੀਰ ਵਡੇਰਾ ਹੋ ਗਿਆ, ਉਮਰ ਵਡੇਰੀ ਹੋ ਗਈ, ਜਵਾਨੀ ਚਲੀ ਗਈ, ਪਰ ਨਿਗੁਰੇ ਦਾ ਨਾਮ ਬੁਰਾ ਹੈ। ਗੁਰੂ ਬਿਨਾ ਕੈਸਾ ਜੀਵਨ। ਕਬੀਰ ਜੀ ਵੀ ਕਹਿਣ ਲੱਗੇ, ਨਾਵਣ ਕੋ ਤੀਰਥ ਘਨੇ ਮਨ ਬਵਰਾ ਰੇ, ਪੂਜਨ ਕੋ ਬਹੁ ਦੇਵ, ਕਹੋ ਕਬੀਰ ਛੂਟਨ ਨਹੀਂ ਮਨ ਬਵਰਾ ਰੇ, ਛੂਟਨ ਹਰ ਕੀ ਸੇਵ। ਹੁਣ ਸੇਵਾ ਕਿਹਦੀ ਕਰਨੀ ਹੈ ਵੀ ਗੁਰੂ ਤਾਂ ਹੈ ਹੀ ਨਹੀਂ। ਰਾਤ ਬਹਿੰਦਿਆਂ ਉੱਠਦਿਆਂ ਬਾਬਾ ਅਮਰਦਾਸ ਜੀ ਨੇ ਕੱਢ ਲਈ। ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਇੱਕ ਸੁਆਣੀ ਬੀਬੀ ਇਸਦਾਂ ਦੇ ਘਰ ਦੇ ਵਿੱਚ ਦੁੱਧ ਰਿੜਕਦੀ ਹੈ, ਅਤੇ ਦੁੱਧ ਰਿੜਕਦੀ ਇੱਕ ਸ਼ਬਦ ਗਾਇਨ ਕਰਦੀ ਹੈ ਗੁਰੂ ਨਾਨਕ ਸਾਹਿਬ ਦਾ। ਉਹ ਸ਼ਬਦ ਹੈ, ਮਾਰੂ ਮਹੱਲਾ ਪਹਿਲਾ, ਘਰ ਪਹਿਲਾ, ਕਰਣੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਇ ਲੇਖ ਪਏ, ਜਿਉਂ ਕਿਰਤ ਚਲਾਏ ਤਿਉਂ ਚਲੀਐ, ਤਿਉਂ ਗੁਣ ਨਾਹੀ ਅੰਤ ਹਰੇ, ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਜਦੋਂ ਸਰਵਣਾ ਦੇ ਵਿੱਚ, ਕੰਨਾਂ ਦੇ ਵਿੱਚ ਆ ਸ਼ਬਦ ਪਏ, ਜਿਹੜੀ ਸੁਆਣੀ ਹੈ ਉਸ ਬੀਬੀ ਕੋਲ ਜਾ ਕੇ ਪੁੱਛਦੇ ਨੇ, ਕਹਿਣ ਲੱਗੇ, ਬੇਟਾ ਦੱਸ ਤਾਂ ਸਹੀ ਆ ਸ਼ਬਦ ਦੇ ਅਰਥ ਕੀ ਨੇ? ਹੁਣ ਦੇਖਿਓ, ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਭਾਈ ਲਹਿਣੇ ਦਾ ਜੀਵਨ ਵੀ ਸ਼ਬਦ ਨਾਲ ਹੀ ਬਣਿਆ। ਹੁਣ ਸ਼ਬਦ ਨਾਲ ਹੀ ਗੁਰੂ ਬਾਬਾ ਅਮਰਦਾਸ ਤੋਂ ਗੁਰੂ ਅਮਰਦਾਸ ਵਿੱਚ ਤਬਦੀਲ ਹੋਏ ਨੇ। ਉਹਨਾਂ ਦਾ ਸ਼ਬਦ ਸੀ, ਸ਼ਬਦ ਆਸਾ ਜੀ ਦੀ ਵਾਰ ਦਾ। ਉਸ ਸ਼ਬਦ ਨਾਲ ਜੁੜ ਕੇ ਉਹ ਲਹਿਣੇ ਤੋਂ ਅੰਗਦ ਹੋ ਗਏ, ਅਤੇ ਇਸ ਸ਼ਬਦ ਨਾਲ ਜੁੜ ਕੇ ਬਾਬਾ ਅਮਰਦਾਸ ਗੁਰੂ ਅਮਰਦਾਸ ਬਣ ਗਏ। ਪੁੱਛਿਆ, ਕਹਿਣ ਲੱਗੇ, ਬੇਟਾ ਦੱਸਤਾ ਸੀ ਇਹ ਸ਼ਬਦ ਦਾ ਅਰਥ ਕੀ ਹੈ? ਤੇ ਉਸ ਬੱਚੀ ਨੇ ਕਿਹਾ, ਬਾਬਾ ਕਰਨੀ ਕਾਗਦ ਮਨ ਬਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਕਹਿਣ ਲੱਗੇ, ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਹਿਲਾਂ ਪਰਮਾਤਮਾ ਦੀ ਵਡਿਆਈ। ਤੂੰ ਅਚਰਜ ਖੇਡ ਰਚੀ ਹੈ ਕਿ ਤੇਰੀ ਕੁਦਰਤ ਵਿੱਚ ਜੀਵਾਂ ਦਾ ਆਚਰਣ ਮਾਨੋ ਇੱਕ ਕਾਗਜ਼ ਹੈ। ਜੀਵਾਂ ਦਾ ਜੀਵਨ ਇੱਕ ਕਾਗਜ਼ ਹੈ, ਅਤੇ ਮਨ ਹੈ ਜੀ ਦਵਾਤ ਸਿਆਹੀ। ਮਾਨੋ ਕਾਗਜ਼ ਹੈ, ਆਚਰਣ ਸਾਡਾ ਹੈ ਇੱਕ ਕਾਗਜ਼, ਮਨ ਹੈ ਦਵਾਤ। ਉਸ ਬਣ ਨਾਲ ਚੰਗੇ ਮੰਦੇ ਨੀਵੇਂ ਉੱਚੇ ਕਿਤੇ ਲੇਖ ਲਿਖੇ ਜਾ ਰਹੇ ਨੇ। ਆਚਰਣ ਕਾਗਜ਼ ਹੈ ਅਤੇ ਮਨ ਹੈ ਦਵਾਤ,
ਚੰਗੀਆਂ ਅਤੇ ਮੰਦੀਆਂ ਦੋ ਲਿਖਤਾਂ ਉਸ ਪਰ ਲਿਖੀਆਂ ਜਾਂਦੀਆਂ ਨੇ। ਕਰਨੀ ਕਾਗਦ ਮਨ ਵਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਜਿਉਂ ਜਿਉਂ ਕਿਰਤ ਚਲਾਏ ਤਿਉ ਚੱਲੀਐ, ਤਿਉ ਗੁਣ ਨਾਹੀ ਅੰਤ ਹਰੇ। ਫਿਰ ਉਹਨਾਂ ਨੇ ਰਹਾਉ ਦੀ ਪੰਕਤੀ ਚ ਆਖਿਆ, ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਹੇ ਕਮਲੇ ਮਨ, ਤੂੰ ਪਰਮਾਤਮਾ ਨੂੰ ਕਿਉਂ ਨਹੀਂ ਯਾਦ ਕਰਦਾ? ਜਿਉਂ-ਜਿਉਂ ਤੂੰ ਪਰਮਾਤਮਾ ਨੂੰ ਵਿਸਾਰ ਰਿਹਾ ਹੈ, ਤਿਉਂ-ਤਿਉਂ ਤੇਰੇ ਅੰਦਰੋਂ ਗੁਣ ਘਟਦੇ ਜਾ ਰਹੇ ਨੇ, ਨਾ ਕਿ ਵੱਧ ਰਹੇ ਨੇ। ਗੁਣ ਘਟਦੇ ਜਾ ਰਹੇ ਨੇ। ਚੰਗਿਆਈਆਂ ਤੇਰੇ ਅੰਦਰ ਕਿਤੇ ਦੂਰ ਚਲੀ ਗਈਆਂ, ਬੁਰਾਈਆਂ ਦੇ ਨੇੜੇ ਤੋਂ ਇੰਨੇ ਹੋ ਗਈਆਂ ਜਿਵੇਂ ਕਹਿਣ ਲੱਗੇ ਕੋਲੂ ਦੀ ਲੀਰ ਕੁੱਲੂ 'ਚ ਫੇਰਨ ਵਾਲੀ, ਜਿੰਨਾ ਮਰਜ਼ੀ ਧੋ ਲੋ ਸਾਫ਼ ਨਹੀਂ ਹੋ ਸਕਦੀ। ਜਿੰਨਾ ਗੁਰੂ ਦੇ ਸ਼ਬਦ ਤੋਂ ਦੂਰ ਹੋਵਾਂਗੇ ਮੈਲੇ ਹੁੰਦਿਆਂ ਜਾਵਾਂਗੇ। ਇਸ ਮੈਲੇ ਮਨ ਦਾ ਕੋਈ ਇਲਾਜ ਹੀ ਕੋਈ ਨਹੀਂ। ਫਿਰ ਉਹਨਾਂ ਨੇ ਅਗਲਾ ਬਚਨ ਕਰਿਆ, ਬਾਬਾ ਗੁਰੂ ਨਾਨਕ ਦਾ ਬਚਨ ਹੈ। ਤੇ ਬਾਬਾ ਕਹਿਣ ਲੱਗੇ, ਜਾਲੀ ਰਹਿਣ ਜਾਲ ਦਿਨ ਹੋਵਾ, ਜੇਤੀ ਘੜੀ ਫਾਹੀ ਤੇਤੀ। ਕਹਿਣ ਲੱਗੇ ਰਾਤਰੀ ਇੱਕ ਫਾਹੀ ਹੈ ਅਤੇ ਦਿਹੋ ਇੱਕ ਫਾਹੀ ਹੈ। ਐ ਮਨ ਪੰਛੀ, ਪਰਮਾਤਮਾ ਨੂੰ ਵਿਸਾਰਨ ਨਾਲ ਤੇਰੀ ਜ਼ਿੰਦਗੀ ਦਾ ਹਰੇਕ ਦਿਨ ਹਰੇਕ ਰਾਤ ਤੈਨੂੰ ਮਾਇਆ ਵਿੱਚ ਉਇਓ ਫਸਾ ਰਹੀ ਹੈ। ਆ ਜਾਲ ਦਾ ਕੰਮ ਕਰ ਰਹੀ ਹੈ। ਦਿਨੋਂ ਦਿਨ ਇਸ ਜਾਲ ਵਿੱਚ ਫਸਦਾ ਜਾ ਰਹੇ ਆ। ਜਾਲ ਦਾ ਕੰਮ ਦੇ ਰਿਹਾ ਹੈ। ਤੇਰੀ ਉਮਰ ਦੀਆਂ ਜਿਤਨੀਆਂ ਵੀ ਘੜੀਆਂ ਹਨ ਉਹ ਸਾਰੀਆਂ ਹੀ ਤੈਨੂੰ ਫਸਾਣ ਹਿੱਤ ਫਾਹੀ ਬਣਾ ਰਹੀਆਂ ਨੇ। ਜਾਲ ਬੁਣ ਬੁਣ ਕੇ ਤੇਰਾ ਜੀਵਨ ਤੈਨੂੰ ਹੀ ਫਸਾ ਰਿਹਾ ਹੈ। ਰਸ ਰਸ ਚੋਗ ਚੁਗੈ ਨਹੀਂ ਦਿੱਤ ਫਾਸੇ, ਛੂਟਸ ਮੂੜੇ ਕਵਣ ਗੁਣੀ। ਤੂੰ ਬੜੇ ਹੀ ਸਵਾਦ ਲੈ ਲੈ ਕੇ ਵਿਕਾਰਾਂ ਦੀ ਚੋਗ ਚੁਗ ਰਿਹਾ ਹੈ ਤੇ ਵਿਕਾਰਾਂ ਵਿੱਚ ਹੋਰ ਸਦਾ ਸਦਾ ਜ਼ਿਆਦਾ ਫਸ ਰਿਹਾ ਹੈ। ਹੇ ਮੂਰਖ ਮਨ, ਇਹਨਾਂ ਵਿੱਚੋਂ ਕਿਹੜੇ ਗੁਣਾਂ ਦੀ ਮਦਦ ਨਾਲ ਤੇਰੀ ਖਲਾਸੀ ਹੋ ਸਕਦੀ ਹੈ? ਤੂੰ ਬਚ ਕਿਵੇਂ ਸਕਦਾ ਹੈ? ਤੇ ਅਗਲਾ ਵਚਨ ਕਰਿਆ, ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੇ। ਸਰੀਰ ਵਿੱਚ ਭੱਠੀ ਹੈ। ਧਿਆਨ ਦੇਣਾ ਇਸ ਸ਼ਬਦ ਤੇ ਕਹਿਣ ਲੱਗੇ ਸਰੀਰ ਵਿੱਚ ਇੱਕ ਭੱਠੀ ਹੈ ਅਤੇ ਮਨ ਉਸ ਦੇ ਅੰਦਰ ਹੈ ਲੋਹਾ। ਸਰੀਰ ਭੱਠੀ, ਮਨ ਇਸ ਸਰੀਰ ਦੇ ਅੰਦਰ ਹੈ ਲੋਹਾ। ਵਿਕਾਰਾਂ ਦੀਆਂ ਜਿਹੜੀਆਂ ਪੰਜ ਅੱਗਾਂ ਨੇ ਇਸ ਨੂੰ ਤੱਤਾ ਕਰ ਰਹੀਆਂ ਨੇ। ਕੋਇਲੇ ਪਾਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਭਈ। ਗੁਨਾਹ ਦੇ ਕੋਲੇ ਉਸ ਉੱਤੇ ਪਏ ਗਏ ਹਨ, ਜਿਸ ਦੁਆਰਾ ਮਨ ਮੱਚ ਗਿਆ ਹੈ ਅਤੇ ਫਿਕਰ ਚਿੰਤਾ ਜ਼ੰਬੂਰ ਬਣ ਗਈ ਹੈ। ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੈ ਤਨੇਹਾ। ਫਿਰ ਇਹ ਤੋਂ ਬਚਿਆ ਕਿਵੇਂ ਜਾ ਸਕਦਾ ਹੈ? ਸਰੀਰ ਭੱਠੀ ਬਣ ਗਈ, ਮਨ ਇਸ ਦੇ ਅੰਦਰ ਲੋਹਾ ਬਣ ਗਿਆ। ਜਿਹੜੇ ਸਾਡੇ ਕੀਤੇ ਹੋਏ ਪਾਪ ਨੇ ਇਹਦੇ ਉੱਤੇ ਪੈ ਪੈ ਕੇ ਉਹ ਕੋਇਲਾ ਬਣ ਗਏ ਨੇ ਤੇ ਜ਼ੰਬੂਰ ਬਣ ਗਈ ਹੈ। ਕਹਿਣ ਲੱਗੇ ਹੁਣ ਛੁੱਟਿਆ ਕਿਵੇਂ ਜਾ ਸਕਦਾ ਹੈ? ਬੀਬੀ ਅਮਰੋ ਤੋਂ ਪੁੱਛਣ ਲੱਗੇ, ਬੇਟਾ ਦੱਸ ਤਾਂ ਸਹੀ ਇਹਦਾ ਇਲਾਜ ਕੀ ਹੈ? ਤੇ ਕਹਿਣ ਲੱਗੇ, ਬਾਬਾ ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਣ ਮਿਲੈ ਤਨੇਹਾ। ਪਰ ਜੇ ਸਮਰੱਥ ਗੁਰੂ ਮਿਲ ਪਏ ਤਾਂ ਉਹ ਸੜੇ ਹੋਏ ਨਿਕੰਮੇ ਮਨ ਨੂੰ ਲੋਹੇ ਤੋਂ ਚੁੱਕ ਕੇ ਸੋਨਾ ਬਣਾ ਦਿੰਦੇ ਨੇ। ਸਮਰੱਥ ਗੁਰੂ, ਜੇ ਪਾਰਸ ਗੁਰੂ ਟੱਕਰ ਜਾਏ, ਜੇ ਪਾਰਸ ਮਿਲ ਜਾਏ ਤੇ ਬਾਬਾ ਮੱਚੇ ਹੋਏ ਮਨ, ਤਪਦੇ ਹੋਏ ਲੋਹੇ ਨੂੰ ਉਹ ਸੋਨਾ ਰੂਪੀ ਤਬਦੀਲ ਕਰ ਦਿੰਦੇ ਨੇ। ਹੁਣ ਪੁੱਛਿਆ, ਬੇਟਾ ਦੱਸ ਤਾਂ ਸਹੀ ਉਹ ਸਮਰੱਥ ਗੁਰੂ ਕੌਣ? ਮੇਰੀ ਤਾਂ ਉਮਰ ਹੀ ਬੜੀ ਵਡੇਰੀ ਹੈ। ਉਮਰ ਵਡੇਰੀ, ਮਨ ਵਿੱਚ ਸ਼ੰਕਾ ਆ ਗਈ ਵੀ ਗੁਰੂ ਤੋਂ ਬਿਨਾ ਜੀਵਨ ਨਹੀਂ। ਨਿਗੁਰੇ ਕਾਹੇ ਨਾਉ ਬੁਰਾ। ਤੇ ਬੀਬੀ ਨੇ ਗੁਰੂ ਨਾਨਕ ਸਾਹਿਬ ਦਾ ਅਖੀਰਲਾ ਬਚਨ ਹੈ ਜੋ ਇਹ ਸ਼ਬਦ ਦਾ ਅਖੀਰਲੀ ਪੰਕਤੀ ਦ੍ਰਿੜ ਕਰਵਾਈ। ਕਹਿਣ ਲੱਗੇ, ਬਾਬਾ ਏਕ ਨਾਮ ਅੰਮ੍ਰਿਤ ਉਹ ਦੇਵੈ, ਤਉ ਨਾਨਕ ਤ੍ਰਿਸ਼ਟਸ ਦੇਹਾ। ਗੁਰੂ ਆਤਮਿਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ ਦੇ ਦਿੰਦਾ ਹੈ। ਸੜਦਿਆਂ ਹੋਇਆਂ ਨੂੰ ਉਹ ਬਚਾ ਲੈਂਦਾ ਹੈ, ਤਪਦੇ ਹੋਏ ਲੋਹੇ ਨੂੰ ਉਹ ਸੋਨਾ ਬਣਾ ਦਿੰਦਾ ਹੈ। ਬਾਬਾ ਜਿਸ ਬਰਕਤ ਨਾਲ ਸਰੀਰ ਟਿਕ ਜਾਂਦਾ ਹੈ ਅਤੇ ਭਾਵ ਇੰਦਰ ਵਿਕਾਰਾਂ ਵੱਲੋਂ ਹਟ ਜਾਂਦੇ ਨੇ। ਕਹਿਣ ਲੱਗੇ, ਬਾਬਾ ਉਹ ਕਿਰਪਾ ਬੜੀ ਕਰਦਾ ਹੈ। ਤੇ ਧੰਨ ਗੁਰੂ ਅਮਰਦਾਸ ਨੇ ਪੁੱਛਿਆ,
ਬੇਟਾ ਦੱਸ ਤਾਂ ਸਹੀ, ਉਹ ਬਾਬਾ, ਉਹ ਸਮਰੱਥ ਗੁਰੂ ਤੇਰੇ ਵਸਦਾ ਕਿੱਥੇ ਹੈ। ਤੇ ਬੀਬੀ ਨੇ ਇੱਕ ਬਚਨ ਕਰਿਆ, ਕਹਿਣ ਲੱਗੇ, ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਪ੍ਰਭ ਪੁਰ ਪਿਆਨਾ ਕਰ ਗਏ ਨੇ। ਉਹਨਾਂ ਦੇ ਜੋ ਚੋਲਾ ਰੂਪੀ ਧਾਰ ਕੇ ਉਹਨਾਂ ਦੀ ਜੋਤ ਉਹ ਧੰਨ ਗੁਰੂ ਅੰਗਦ ਸਾਹਿਬ ਅੰਦਰ, ਪਿਤਾ ਜੀ ਅੰਦਰ ਵਿਆਪ ਰਹੀ ਹੈ। ਹੁਣ ਬੀਬੀ ਅਮਰੋ ਦੇ ਪਿਤਾ ਜੀ ਦੇ ਧੰਨ ਗੁਰੂ ਅੰਗਦ ਸਾਹਿਬ ਕਹਿਣ ਲੱਗੇ, ਬੇਟਾ ਫਿਰ ਮੈਨੂੰ ਉਸ ਗੁਰੂ ਨਾਲ ਮਿਲਾ ਤਾਂ ਸਹੀ। ਆਓ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਇਸ ਤੋਂ ਵਿਚਾਰ ਆਪਾਂ ਅੰਮ੍ਰਿਤ ਵੇਲੇ ਗੁਰੂ ਤੋਂ ਆਗਿਆ ਲੈ ਕੇ ਅੱਗੇ ਫੇਰ ਕਰਾਂਗੇ। ਹੋਈਆਂ ਭੁੱਲਾਂ ਦੀ ਖਿਮਾ, ਗਲਤੀਆਂ ਦੀ ਮਾਫੀ, ਸੁਰਤ ਇਸੇ ਤਰ੍ਹਾਂ ਹੀ ਗੁਰਦੇਵ ਦੇ ਚਰਨਾਂ ਵਿੱਚ ਜੋੜ ਕੇ ਅਰਦਾਸ ਦਾ ਇੱਕ ਇੱਕ ਬਚਨ ਜੀ ਬੜੇ ਹੀ ਮਹਿੰਗੇ ਨੇ, ਉਹਨਾਂ ਨੂੰ ਦਿਲ ਵਿੱਚ ਧਾਰਨ ਕਰ ਲਈਏ, ਅਰਥਾਂ ਦੀ ਸਮਝ ਪੈ ਜਾਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।